ਅੱਜ ਅਸੀਂ ਕਰਾਂਗੇ ਬਹੁਤ ਹੀ ਇੰਪੋਰਟੈਂਟ ਕੁਐਸਚਨ, ਭਾਰਤ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਸੋ ਜਿਵੇਂ ਕਿ ਮੈਂ ਤੁਹਾਨੂੰ ਹੋਰ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੈ ਕਿ ਕੋਈ ਵੀ ਲੌਂਗ ਕੁਐਸਚਨ ਅਟੈਂਪਟ ਕਰਨ ਤੋਂ ਪਹਿਲਾਂ ਉਸ ਦੀ ਭੂਮਿਕਾ ਲਿਖਣੀ ਹੈ ਜਾਂ ਫਿਰ ਉਸ ਦੀ ਇੰਟਰੋਡਕਸ਼ਨ ਜਿਸ ਨੂੰ ਅਸੀਂ ਕਹਿੰਦੇ ਆ ਉਹ ਲਿਖਣੀ ਹੈ। ਸੋ ਇਸ ਕੁਐਸਚਨ ਦੀ ਇੰਟਰੋਡਕਸ਼ਨ ਦੇ ਵਿੱਚ ਅਸੀਂ ਕੀ ਲਿਖਾਂਗੇ, ਪਹਿਲਾਂ ਅਸੀਂ ਇਹ ਦੇਖ ਲੈਂਦੇ ਆ। ਸੋ ਇਸ ਕੁਐਸਚਨ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਇਹ ਲਿਖੋਗੇ ਕਿ ਭਾਰਤ ਦਾ ਜੋ ਸੰਵਿਧਾਨ ਹੈ ਉਹ ਇੱਕ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਹੈ ਤੇ ਇਸ ਸੰਵਿਧਾਨ ਸਭਾ ਨੂੰ ਬਣਾਉਣ ਦੀ ਜੋ ਸਿਫਾਰਿਸ਼ ਹੈ ਸਭ ਤੋਂ ਪਹਿਲਾਂ ਕੈਬਨਿਟ ਮਿਸ਼ਨ ਯੋਜਨਾ ਹੈ ਉਸ ਦੇ ਵਿੱਚ ਕੀਤੀ ਗਈ ਸੀ। ਇਸ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਜੋ ਹੈ 9 ਦਸੰਬਰ 1946 ਨੂੰ ਹੁੰਦੀ ਹੈ, ਜਿਸ ਦੇ ਵਿੱਚ ਡਾਕਟਰ ਸਚਿਦਾਨੰਦ ਸਿਨਹਾ ਨੇ ਜੋ ਉਹ ਇਸ ਦੀ ਪ੍ਰਧਾਨਗੀ ਕਰਦੇ ਨੇ। ਇਸ ਦੇ ਵਿੱਚ 40 ਮੈਂਬਰ ਨੇ ਜੋ ਉਹ ਪਹਿਲੀ ਮੀਟਿੰਗ ਦੇ ਵਿੱਚ ਜੋ ਹੈ ਪਾਰਟਿਸਿਪੇਟ ਕਰਦੇ ਨੇ ਤੇ ਸੈਕਿੰਡ ਮੀਟਿੰਗ ਹੈ ਜੋ ਉਹ 11 ਦਸੰਬਰ 1946 ਨੂੰ ਹੁੰਦੀ ਹੈ, ਜਿਸ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਸਰਵਸੰਮਤੀ ਦੇ ਨਾਲ ਇਸ ਸੰਵਿਧਾਨ ਸਭਾ ਦਾ ਪ੍ਰਧਾਨ ਜੋ ਹੈ ਚੁਣ ਲਿਆ ਜਾਂਦਾ ਹੈ। ਸਭ ਤੋਂ ਇੰਪੋਰਟੈਂਟ ਜੋ ਇਸ ਇਵੈਂਟ ਨੈਕਸਟ ਜੋ ਹੁੰਦਾ ਹੈ ਉਹ ਇਹ ਹੈ ਕਿ 13 ਦਸੰਬਰ 1946 ਨੂੰ ਸੰਵਿਧਾਨ ਸਭਾ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਇੱਕ ਉਦੇਸ਼ ਪ੍ਰਸਤਾਵ, ਜਿਸ ਨੂੰ ਕਿ ਅਸੀਂ ਆਬਜੈਕਟਿਵ ਰੈਜ਼ੋਲੂਸ਼ਨ ਵੀ ਕਹਿੰਦੇ ਆ, ਉਹ ਪੇਸ਼ ਕਰਦੇ ਨੇ ਤੇ ਉਸ ਉਦੇਸ਼ ਪ੍ਰਸਤਾਵ ਦੇ ਉੱਪਰ ਸੰਵਿਧਾਨ ਸਭਾ ਦੇ ਵਿੱਚ ਜੋ ਹੈ ਵਿਚਾਰ ਵਟਾਂਦਰੇ ਹੁੰਦੇ ਨੇ, ਮਤਲਬ ਕਿ ਡਿਸਕਸ਼ਨ ਹੁੰਦੀ ਹੈ, ਜਿਸ ਦੇ ਬਾਅਦ 22 ਜਨਵਰੀ 1947 ਨੂੰ ਇਸ ਸੰਵਿਧਾਨ ਸਭਾ ਦੇ ਵਿੱਚ ਇਸ ਉਦੇਸ਼ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਜੋ ਕੁਝ ਸੰਵਿਧਾਨ ਸਭਾ ਦੀ ਹੈਲਪ ਕਰਨ ਦੇ ਲਈ ਕੁਝ ਉੱਥੇ ਕਮੇਟੀਆਂ ਵੀ ਬਣਾਈਆਂ ਗਈਆਂ ਸੀ, ਜਿਨ੍ਹਾਂ ਕਮੇਟੀਜ਼ ਦੇ ਵਿੱਚ ਕੁਝ ਤੁਸੀਂ ਕਮੇਟੀਜ਼ ਦੇ ਨਾਲ ਲਿਖ ਸਕਦੇ ਹੋ, ਜਿਵੇਂ ਕਿ ਸੰਘੀ ਸ਼ਕਤੀਆਂ ਦੀ ਕਮੇਟੀ, ਸੰਘੀ ਸੰਵਿਧਾਨ ਕਮੇਟੀ, ਪ੍ਰਾਂਤਿਕ ਸੰਵਿਧਾਨ ਕਮੇਟੀ, ਸੰਘ ਅਤੇ ਰਾਜਾਂ ਦੀ ਵਿੱਤੀ ਸੰਬੰਧਾਂ ਦੀ ਕਮੇਟੀ। ਸੋ ਇਸ ਤਰ੍ਹਾਂ ਕੁਝ ਕਮੇਟੀਜ਼ ਨੇ ਜਿਹੜੀਆਂ ਕਿ ਤੁਸੀਂ ਲਿਖ ਸਕਦੇ ਹੋ। ਕੁਝ ਪਰਸਨੈਲਿਟੀਜ਼ ਦੇ ਅਗਰ ਤੁਸੀਂ ਨਾਂ ਲਿਖਣੇ ਨੇ ਤਾਂ ਪਰਸਨੈਲਿਟੀਜ਼ ਦੇ ਵਿੱਚ ਤੁਸੀਂ ਡਾਕਟਰ BR ਅੰਬੇਦਕਰ ਦਾ ਨਾਂ ਲਿਖ ਸਕਦੇ ਨੇ, ਜੋ ਕਿ ਮਸੌਦਾ ਕਮੇਟੀ ਦੇ ਪ੍ਰਧਾਨ ਸੀ। ਤੁਸੀਂ BN ਰਾਓ ਦਾ ਨਾਂ ਲਿਖ ਸਕਦੇ ਹੋ, ਜੋ ਕਿ ਸੰਵਿਧਾਨ ਸਭਾ ਦੇ ਮੁੱਖ ਸਲਾਹਕਾਰ ਸੀਗੇ। ਤੇ ਉਸ ਤੋਂ ਬਾਅਦ ਤੁਸੀਂ SN ਮੁਖਰਜੀ ਹੈ, ਉਹਨਾਂ ਦਾ ਨਾਂ ਲਿਖ ਸਕਦੇ ਹੋ, ਜੋ ਕਿ ਸੰਵਿਧਾਨ ਸਭਾ ਦੇ ਮਸੌਦਾ ਲੇਖਕ ਨੇ, ਜੋ ਮੁੱਖ ਮਸੌਦਾ ਲੇਖਕ ਮੰਨੇ ਜਾਂਦੇ ਨੇ। ਇਸ ਤੋਂ ਬਾਅਦ ਜੋ ਸੰਵਿਧਾਨ ਸਭਾ ਹੈ ਉਸਨੇ ਟੋਟਲ ਕਿੰਨਾ ਟਾਈਮ ਲਿਆ, ਤੁਸੀਂ ਇਹ ਵੀ ਲਿਖ ਸਕਦੇ ਹੋ, ਜਿਵੇਂ ਕਿ 2 ਸਾਲ 11 ਮਹੀਨੇ 18 ਦਿਨ ਦਾ ਟਾਈਮ ਜੋ ਹੈ ਪੂਰਾ ਸੰਵਿਧਾਨ ਸਭਾ ਨੇ ਲਿਆ ਭਾਰਤ ਦਾ ਸੰਵਿਧਾਨ ਬਣਾਉਣ ਦੇ ਲਈ। ਸੰਵਿਧਾਨ ਸਭਾ ਦੀ ਜੋ ਲਾਸਟ ਮੀਟਿੰਗ ਹੈ ਉਹ 24 ਜਨਵਰੀ 1950 ਨੂੰ ਹੁੰਦੀ ਹੈ ਤੇ ਇਸ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਸਰਵਸੰਮਤੀ ਦੇ ਨਾਲ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ 26 ਜਨਵਰੀ 1950 ਨੂੰ ਜੋ ਹੈ ਭਾਰਤ ਦਾ ਸੰਵਿਧਾਨ ਲਾਗੂ ਹੋ ਜਾਂਦਾ ਹੈ। ਇਸ ਭੂਮਿਕਾ ਨੂੰ ਲਿਖਣ ਤੋਂ ਬਾਅਦ ਅਸੀਂ ਮੇਨ ਮੁੱਦੇ ਤੇ ਆਉਂਦੇ ਹਾਂ ਕਿ ਤੁਸੀਂ ਭਾਰਤ ਦੇ ਸੰਵਿਧਾਨ ਦੀਆਂ ਜਿਹੜੀਆਂ ਬੁਨਿਆਦੀ ਜੋ ਮੁੱਖ ਵਿਸ਼ੇਸ਼ਤਾਵਾਂ ਨੇ ਉਹ ਕੀ ਨੇ। ਉਹਦੇ ਵਿੱਚ ਜੋ ਪਹਿਲੀ ਵਿਸ਼ੇਸ਼ਤਾ ਤੁਸੀਂ ਲਿਖਣੀ ਹੈ ਉਹ ਇਹ ਹੈ ਕਿ ਭਾਰਤ ਦਾ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ। ਬਹੁਤ ਸਾਰੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਦਾ ਸੰਵਿਧਾਨ ਵੀ ਜੋ ਹੈ ਉਹ ਲਿਖਤੀ ਸੰਵਿਧਾਨ ਹੈ ਤੇ ਇਸ ਦੇ ਵਿੱਚ 395 395 ਧਾਰਾਵਾਂ ਨੇ, 12 ਅਨੁਸੂਚੀਆਂ ਨੇ ਤੇ 22 ਭਾਗਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਹੈ ਤੇ ਹੁਣ ਤੱਕ ਇਸ ਦੇ ਵਿੱਚ ਬਹੁਤ ਸਾਰੇ ਜੋ ਸੰਸ਼ੋਧਨ ਨੇ ਹੋ ਚੁੱਕੇ ਨੇ। ਦੂਜੀ ਵਿਸ਼ੇਸ਼ਤਾ ਹੈ ਕਿ ਭਾਰਤ ਦਾ ਸੰਵਿਧਾਨ ਭਾਵੇਂ ਲਿਖਿਤ ਹੈ ਪਰ ਇਸ ਦੇ ਵਿੱਚ ਕੁਝ ਲਿਖਿਤ ਪ੍ਰਥਾਵਾਂ ਵੀ ਨੇ ਜੋ ਉਹ ਪਾਈਆਂ ਜਾਂਦੀਆਂ ਨੇ। ਇਹ ਅਲਿਖਿਤ ਪ੍ਰਥਾਵਾਂ ਨੇ ਜੋ ਇਹ ਭਾਰਤ ਦੇ ਰੀਤੀ ਰਿਵਾਜਾਂ ਦੇ ਉੱਤੇ ਆਧਾਰਿਤ ਨੇ ਤੇ ਇਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਹੈ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਇਹ ਸਾਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਲਿਖਿਤ ਰੂਪ ਦੇ ਵਿੱਚ ਨਹੀਂ ਮਿਲਦੀਆਂ, ਪਰ ਫਿਰ ਵੀ ਇਹਨਾਂ ਨੂੰ ਅਸੀਂ ਮੰਨਦੇ ਹਾਂ ਤੇ ਇਹ ਭਾਰਤੀ ਜੋ ਰਾਜਨੀਤਿਕ ਪ੍ਰਣਾਲੀ ਹੈ ਇਸ ਨੂੰ ਚਲਾਉਣ ਦੇ ਵਿੱਚ ਇਹਨਾਂ ਨੂੰ ਲਾਗੂ ਕੀਤਾ ਜਾਂਦਾ ਹੈ। ਜਿਵੇਂ ਕਿ ਕੁਝ ਪ੍ਰਥਾਵਾਂ ਨੇ ਉਹ ਇਹ ਨੇ, ਜਿਵੇਂ ਕਿ ਪ੍ਰਧਾਨ ਮੰਤਰੀ ਜੋ ਹੈ ਉਹ ਲੋਕ ਸਭਾ ਦੇ ਵਿੱਚ ਮੁੱਖ ਜੋ ਪਾਰਟੀ ਦਾ ਜੋ ਮੁੱਖ ਨੇਤਾ ਹੁੰਦਾ ਹੈ ਉਸ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਤੇ ਲੋਕ ਸਭਾ ਦਾ ਜੋ ਸਪੀਕਰ ਹੈ ਤੇ ਜੋ ਉਪ ਸਪੀਕਰ ਹੁੰਦਾ ਹੈ ਉਸ ਨੂੰ ਨਿਰਵਿਰੋਧ ਜੋ ਹੈ ਚੁਣ ਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਕੁਝ ਅਲਿਖਿਤ ਪ੍ਰਥਾਵਾਂ ਨੇ ਜੋ ਉਹ ਭਾਰਤੀ ਸੰਵਿਧਾਨ ਦੇ ਵਿੱਚ ਵੀ ਜੋ ਸ਼ਾਮਿਲ ਕੀਤੀਆਂ ਗਈਆਂ ਨੇ। ਅਗਲੀ ਵਿਸ਼ੇਸ਼ਤਾ ਜੋ ਹੈ ਉਹ ਇਹ ਹੈ ਕਿ ਭਾਰਤ ਦਾ ਸੰਵਿਧਾਨ ਇੱਕ ਵਿਸਤ੍ਰਿਤ ਸੰਵਿਧਾਨ ਹੈ। ਇਸ ਨੂੰ ਕੀ ਵਿਸਤ੍ਰਿਤ ਹੋਣ ਕਰਕੇ ਹੀ ਕਈ ਜੋ ਵਿਦਵਾਨ ਨੇ ਇਸ ਨੂੰ ਹਾਥੀ ਦੇ ਆਕਾਰ ਦਾ ਸੰਵਿਧਾਨ ਵੀ ਨੇ ਜੋ ਕਹਿੰਦੇ ਨੇ। ਇਹ ਕਿਉਂ ਹੈ ਇੰਨਾ ਵਿਸਤ੍ਰਿਤ? ਇਹਦੇ ਲਈ ਕਈ ਰੀਜ਼ਨਸ ਨੇ ਜੋ ਰਿਸਪੌਂਸੀਬਲ ਨੇ। ਜਿਵੇਂ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਭਾਰਤ ਦੇ ਸੰਵਿਧਾਨ ਜੋ ਹੈ ਉਹ ਰਾਜਾਂ ਦੇ ਲਈ ਤੇ ਕੇਂਦਰ ਦੇ ਲਈ ਇੱਕੋ ਸੰਵਿਧਾਨ ਹੈ। ਹਾਲਾਂਕਿ ਬਹੁਤ ਸਾਰੀਆਂ ਕੰਟਰੀਜ਼ ਇਹੋ ਜਿਹੀਆਂ ਨੇ ਜਿੱਥੇ ਕਿ ਰਾਜ ਦੇ ਲਈ, ਰਾਜਾਂ ਦੇ ਲਈ ਉੱਥੇ ਦੇ ਤੇ ਜਿਹੜੀ ਜੋ ਕੇਂਦਰ ਸਰਕਾਰ ਹੈ ਉੱਥੋਂ ਦੀ, ਉਹਦੇ ਲਈ ਅਲੱਗ-ਅਲੱਗ ਸੰਵਿਧਾਨ ਨੇ, ਪਰ ਭਾਰਤ ਦੇ ਵਿੱਚ ਇਹੋ ਜਿਹਾ ਨਹੀਂ ਹੈ। ਭਾਰਤ ਦੇ ਵਿੱਚ ਇੱਕੋ ਹੀ ਸੰਵਿਧਾਨ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ
ਸਾਡੇ ਫੰਡਾਮੈਂਟਲ ਰਾਈਟਸ ਨੇ ਜੋ ਕਿ ਭਾਰਤ ਦੇ ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਦਿੱਤੇ ਗਏ ਨੇ, ਆਰਟੀਕਲ 12 ਤੋਂ ਲੈ ਕੇ 35 ਆਰਟੀਕਲ ਤੱਕ, ਜੋ ਕਿ ਬਹੁਤ ਹੀ ਵਿਸਤ੍ਰਿਤ ਰੂਪ ਦੇ ਵਿੱਚ ਜੋ ਹੈ ਦਿੱਤੇ ਗਏ ਨੇ। ਇਸ ਦੇ ਵਿੱਚ ਮੌਲਿਕ ਕਰਤੱਵ ਵੀ ਸ਼ਾਮਿਲ ਕੀਤੇ ਗਏ ਨੇ, ਇਸ ਦੇ ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੇ। ਸੋ ਇਸ ਤਰ੍ਹਾਂ ਇਹ ਇੱਕ ਵਿਸਤ੍ਰਿਤ ਸੰਵਿਧਾਨ ਜੋ ਹੈ ਬਣ ਜਾਂਦਾ ਹੈ। ਉਸ ਤੋਂ ਬਾਅਦ ਜੋ ਨੈਕਸਟ ਫੀਚਰ ਹੈ ਉਹ ਇਹ ਹੈ ਕਿ ਭਾਰਤ ਦਾ ਸੰਵਿਧਾਨ ਜੋ ਹੈ ਉਹ ਪ੍ਰਸਤਾਵਨਾ ਦੇ ਨਾਲ ਆਰੰਭ ਹੁੰਦਾ ਹੈ। ਹੁਣ ਪ੍ਰਸਤਾਵਨਾ ਕੀ ਹੁੰਦੀ ਹੈ? ਪ੍ਰਸਤਾਵਨਾ ਬੇਸਿਕਲੀ ਤੁਸੀਂ ਇਹ ਲਿਖ ਸਕਦੇ ਹੋ ਕਿ ਪ੍ਰਸਤਾਵਨਾ ਭਾਰਤੀ ਸੰਵਿਧਾਨ ਦੀ ਕੁੰਜੀ ਹੈ। ਪ੍ਰਸਤਾਵਨਾ ਭਾਰਤ ਦੇ ਸੰਵਿਧਾਨ ਦਾ ਸਾਰ ਹੈ। ਭਾਰਤ ਦੀ ਪ੍ਰਸਤਾਵਨਾ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰੀ ਗਣਰਾਜ ਡਿਕਲੇਅਰ ਕਰਦੀ ਹੈ। ਭਾਰਤ ਦੀ ਪ੍ਰਸਤਾਵਨਾ ਨੂੰ ਭਾਰਤ ਦੇ ਸੰਵਿਧਾਨ ਦਾ ਅੰਗ ਮੰਨਿਆ ਗਿਆ ਹੈ। ਇਹ ਸੰਸ਼ੋਧਨ 1946 ਦੇ ਵਿੱਚ 42ਵੇਂ ਸੰਸ਼ੋਧਨ ਜੋ ਹੈ ਜਦੋਂ ਕੀਤਾ ਗਿਆ ਸੀ ਉਸ ਟਾਈਮ ਤੇ ਕਿਹਾ ਗਿਆ ਸੀ। ਅਗਲੀ ਵਿਸ਼ੇਸ਼ਤਾ ਹੈ ਭਾਰਤ ਦੇ ਸੰਵਿਧਾਨ ਦੀ ਕਿ ਭਾਰਤ ਦਾ ਸੰਵਿਧਾਨ ਜੋ ਹੈ ਉਹ ਅਲੱਗ-ਅਲੱਗ ਸੋਮਿਆਂ ਤੋਂ ਲਿਆ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਦਾ ਸੰਵਿਧਾਨ ਜੋ ਹੈ ਉਹ ਜਦੋਂ ਭਾਰਤ ਦੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਨੇ ਅਲੱਗ-ਅਲੱਗ ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਤੇ ਉਹਨਾਂ ਦੇ ਵਿੱਚੋਂ ਜੋ ਚੀਜ਼ਾਂ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਚੰਗੀਆਂ ਲੱਗੀਆਂ ਉਹ ਉਹਨਾਂ ਨੇ ਉੱਥੋਂ ਲਈਆਂ ਤੇ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਅਕੋਰਡਿੰਗਲੀ ਚੇਂਜ ਕਰਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਹੈ। ਸੋ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਸੰਸਦੀ ਪ੍ਰਣਾਲੀ ਦੀ ਜੋ ਸਰਕਾਰ ਹੈ ਉਹ ਅਸੀਂ ਇੰਗਲੈਂਡ ਤੋਂ ਲਈ ਹੈ, ਜਿਵੇਂ ਕਿ ਜੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹ ਅਸੀਂ ਆਇਰਲੈਂਡ ਤੋਂ ਲਏ ਨੇ, ਜਿਵੇਂ ਕਿ ਭਾਰਤੀ ਸੰਵਿਧਾਨ ਦੀ ਜੋ ਸੰਘਾਤਮਕ ਪ੍ਰਣਾਲੀ ਹੈ ਉਹ ਅਸੀਂ ਕੈਨੇਡਾ ਤੋਂ ਲਈ ਹੈ। ਸੋ ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਨੂੰ ਇੱਕ ਉਦਾਹਰਣ ਦਾ ਥੈਲਾ ਜੋ ਹੈ ਉਹ ਕਿਹਾ ਜਾਂਦਾ ਹੈ। ਭਾਰਤ ਦੇ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤ ਦਾ ਸੰਵਿਧਾਨ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ। ਸੋ ਇਹ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਹੈ, ਜਿਵੇਂ ਕਿ ਜਦੋਂ ਅਸੀਂ ਪ੍ਰਸਤਾਵਨਾ ਦੇ ਬਾਰੇ ਗੱਲ ਕਰ ਰਹੇ ਸੀ ਕਿ ਭਾਰਤ ਦਾ ਸੰਵਿਧਾਨ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਹੈ। ਪ੍ਰਭੂ ਸੱਤਾ ਸੰਪੰਨ ਰਾਜ ਦਾ ਮਤਲਬ ਇਹ ਹੈ ਕਿ ਭਾਰਤ ਜੋ ਹੈ ਜੋ ਵੀ ਕੰਮ ਅੰਦਰੂਨੀ ਜਾਂ ਬਾਹਰੀ ਮਸਲਿਆਂ ਦੇ ਰਿਗਾਰਡਿੰਗ ਕਰੇਗਾ ਉਹ ਆਪਣੀ ਇੱਛਾ ਦੇ ਅਨੁਸਾਰ ਕਰੇਗਾ। ਸਾਰੀਆਂ ਨੀਤੀਆਂ ਨੇ ਜੋ ਉਹ ਆਪਣੀਆਂ ਇੱਛਾ ਦੇ ਅਨੁਸਾਰ ਬਣਾਏਗਾ। ਕਿਸੇ ਦੀ ਨੀਤੀ ਬਣਾਉਣ ਸਮੇਂ ਭਾਰਤ ਕਿਸੇ ਵੀ ਕੰਟਰੀ ਦਾ ਪ੍ਰਭਾਵ ਜੋ ਹੈ ਆਪਣੇ ਉੱਤੇ ਨਹੀਂ ਪੈਣ ਦੇਗਾ। ਸਮਾਜਵਾਦੀ ਰਾਜ ਦਾ ਜੋ ਅਰਥ ਹੈ ਉਹ ਇਹ ਹੈ ਕਿ ਭਾਰਤ ਦਾ ਜੋ ਸੰਵਿਧਾਨ ਹੈ ਉਹ ਅਮੀਰ ਅਤੇ ਗਰੀਬ ਦੇ ਵਿੱਚ ਜੋ ਇੱਕ ਅੰਤਰ ਜੋ ਪਾਇਆ ਜਾਂਦਾ ਹੈ ਉਸ ਆਰਥਿਕ ਅੰਤਰ ਨੂੰ ਘਟਾਉਣ ਦੀ ਜੋ ਹੈ ਹਰ ਸੰਭਵ ਕੋਸ਼ਿਸ਼ ਕਰੇਗਾ। ਧਰਮ ਨਿਰਪੇਖ ਸ਼ਬਦ ਦਾ ਅਰਥ ਹੈ ਕਿ ਭਾਰਤ ਕਿਸੇ ਵੀ ਧਰਮ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਸਪੋਰਟ ਨਹੀਂ ਕਰੇਗਾ, ਕਿਸੇ ਤਰ੍ਹਾਂ ਦਾ ਕੋਈ ਸਮਰਥਨ ਨਹੀਂ ਕਰੇਗਾ। ਭਾਰਤ ਲਈ ਹਰੇਕ ਧਰਮ ਜੋ ਹੈ ਉਹ ਸਮਾਨ ਨੇ ਤੇ ਭਾਰਤੀ ਰਾਜ ਦਾ ਕੋਈ ਆਪਣਾ ਧਰਮ ਨਹੀਂ ਹੈ। ਅਗਲਾ ਸ਼ਬਦ ਜੋ ਭਾਰਤੀ ਸੰਵਿਧਾਨ ਵਿੱਚ ਲਿਆ ਗਿਆ ਹੈ ਉਹ ਹੈ ਲੋਕਤੰਤਰੀ ਰਾਜ। ਇਸ ਦਾ ਅਰਥ ਹੈ ਕਿ ਭਾਰਤ ਦਾ ਸੰਵਿਧਾਨ ਜੋ ਹੈ ਉਹ ਇਹ ਕਹਿੰਦਾ ਹੈ ਕਿ ਸਰਕਾਰ ਜੋ ਵੀ ਕੰਮ ਕਰੇਗੀ ਉਹ ਲੋਕਾਂ ਦੀ ਮਨਜ਼ੂਰੀ ਦੇ ਨਾਲ ਕਰੇਗੀ। ਅਸਲੀ ਪਾਵਰ ਜੋ ਲੋਕਾਂ ਦੇ ਕੋਲ ਹੈ। ਅਗਲਾ ਸ਼ਬਦ ਹੈ ਗਣਰਾਜ। ਰਿਪਬਲਿਕ ਇੱਕ ਉਹ ਹੁੰਦਾ ਹੈ ਜਿਸ ਦੇ ਵਿੱਚ ਜੋ ਹੈਡ ਆਫ ਦੀ ਸਟੇਟ ਹੈ, ਜੋ ਸਭ ਤੋਂ ਉੱਪਰ, ਜਿਵੇਂ ਕਿ ਸਾਡੇ ਸੰਵਿਧਾਨ ਦੇ ਵਿੱਚ ਜੋ ਹੈਡ ਆਫ ਦੀ ਸਟੇਟ ਹੈ ਉਹ ਰਾਸ਼ਟਰਪਤੀ ਨੇ। ਰਾਸ਼ਟਰਪਤੀ ਜੋ ਹੈ ਉਹ ਲੋਕਾਂ ਦੁਆਰਾ ਚੁਣੇ ਜਾਂਦੇ ਨੇ ਅਪ੍ਰਤੱਖ ਰੂਪ ਦੇ ਨਾਲ। ਸੋ ਇੱਕ ਕੰਟਰੀ, ਇੱਕ ਦੇਸ਼ ਜਿਸ ਦੇ ਵਿੱਚ ਜੋ ਉੱਥੋਂ ਦਾ ਮੁਖੀ ਹੈ ਉਹ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਨਾਲ ਜਦੋਂ ਚੁਣਿਆ ਜਾਂਦਾ ਹੈ ਤਾਂ ਅਸੀਂ ਉਸ ਨੂੰ ਗਣਰਾਜ ਜੋ ਹੈ ਉਹਦਾ ਨਾਂ ਦਿੰਦੇ ਹਾਂ। ਜਿਵੇਂ ਕਿ ਅਮਰੀਕਾ ਵੀ ਇੱਕ ਗਣਰਾਜ ਹੈ ਕਿਉਂਕਿ ਉੱਥੋਂ ਦਾ ਰਾਸ਼ਟਰਪਤੀ ਜੋ ਹੈ ਉਹ ਪ੍ਰਤੱਖ ਰੂਪ ਦੇ ਨਾਲ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਅਗਲੀ ਵਿਸ਼ੇਸ਼ਤਾ ਜੋ ਭਾਰਤੀ ਸੰਵਿਧਾਨ ਦੇ ਵਿੱਚ ਦਿੱਤੀ ਗਈ ਹੈ ਉਹ ਇਹ ਹੈ ਕਿ ਭਾਰਤ ਦਾ ਸੰਵਿਧਾਨ ਇੱਕ ਮੌਲਿਕ ਅਧਿਕਾਰਾਂ ਦੀ ਵਿਵਸਥਾ ਕਰਦਾ ਹੈ। ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ ਨੇ, ਜਿਹਦੇ ਵਿੱਚ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਤੇ ਇਹ ਜੋ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵ ਦਿੱਤੇ ਗਏ ਨੇ ਇਹ ਭਾਰਤ ਦੇ ਤੀਜੇ ਅਧਿਆਏ ਦੇ ਵਿੱਚ ਦਿੱਤੇ ਗਏ ਨੇ ਤੇ ਭਾਰਤੀ ਲੋਕਾਂ ਨੂੰ ਅਗਰ ਇਹ ਸੰਵਿਧਾਨ ਦੇ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਅਗਰ ਉਹਨਾਂ ਨੂੰ ਨਹੀਂ ਮਿਲਦੇ ਤਾਂ ਉਹ ਇਹਨਾਂ ਆਪਣੇ ਹੱਕਾਂ ਦੇ ਲਈ ਉਹ ਕੋਰਟ ਜਾ ਸਕਦੇ ਨੇ। ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੰਪਤੀ ਦਾ ਅਧਿਕਾਰ ਹੁਣ ਇੱਕ ਸਧਾਰਨ ਅਧਿਕਾਰ ਹੈ। ਪਹਿਲਾਂ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਟਾਈਮ ਤੇ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਦੀ ਜੋ ਸੰਖਿਆ ਸੀ ਉਹ 7 ਸੀ, ਪਰ ਹੁਣ ਇਹ 6 ਰਹਿ ਗਈ ਹੈ। 1979 ਦੇ ਵਿੱਚ ਭਾਰਤੀ ਸੰਵਿਧਾਨ ਵਿੱਚ 44ਵਾਂ ਸੰਸ਼ੋਧਨ ਕੀਤਾ ਗਿਆ ਸੀ ਜਿਸ ਦੇ ਵਿੱਚ ਸੰਪਤੀ ਦਾ ਜੋ ਅਧਿਕਾਰ ਹੈ ਉਹ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਦੇ ਵਿੱਚੋਂ ਕੱਢ ਕੇ ਉਸ ਨੂੰ ਇੱਕ ਸਧਾਰਨ ਅਧਿਕਾਰ ਜੋ ਹੈ ਬਣਾਇਆ ਗਿਆ ਤੇ ਹੁਣ ਇਸ ਨੂੰ ਧਾਰਾ 300A ਦੇ ਅੰਦਰ ਰੱਖਿਆ ਗਿਆ ਹੈ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵਾਂ ਦੀ ਵਿਵਸਥਾ
ਵਿਵਸਥਾ ਵੀ ਕੀਤੀ ਗਈ ਹੈ। ਹਾਲਾਂਕਿ ਜਦੋਂ ਅਸੀਂ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਸੀ 1950 ਦੇ ਵਿੱਚ, ਉਦੋਂ ਮੌਲਿਕ ਕਰਤੱਵ ਇਸ ਦੇ ਵਿੱਚ ਨਹੀਂ ਸੀਗੇ ਤੇ 1976 ਦੇ ਵਿੱਚ 42ਵਾਂ ਸੰਸ਼ੋਧਨ ਕੀਤਾ ਗਿਆ, ਜਿਸ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਭਾਗ 4A ਜੋ ਹੈ ਉਹ ਸ਼ਾਮਿਲ ਕੀਤਾ ਗਿਆ, ਜਿਸ ਦੇ ਅਧੀਨ ਧਾਰਾ 51A ਦੇ ਵਿੱਚ 10 ਮੌਲਿਕ ਕਰਤੱਵਾਂ ਨੂੰ ਸ਼ਾਮਿਲ ਕੀਤਾ ਗਿਆ। ਪਰੰਤੂ ਇਹ ਬਾਅਦ ਦੇ ਵਿੱਚ ਇਹਨਾਂ ਮੌਲਿਕ ਕਰਤੱਵਾਂ ਦੀ ਜੋ ਸੰਖਿਆ ਹੈ ਉਹ 10 ਤੋਂ ਵੱਧ ਕੇ 11 ਹੋ ਗਈ। ਸੋ ਹੁਣ ਇਹਨਾਂ ਦੀ ਸੰਖਿਆ 11 ਹੈ। ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਧਾਰਾ 36 ਤੋਂ ਲੈ ਕੇ 51 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਜਿਨ੍ਹਾਂ ਨੂੰ ਕਿ ਅਸੀਂ ਅੰਗਰੇਜ਼ੀ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਕਹਿੰਦੇ ਆ, ਉਹ ਦਿੱਤੇ ਗਏ ਨੇ। ਇਹ ਡਾਇਰੈਕਟਿਵ ਪ੍ਰਿੰਸੀਪਲਸ ਜਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕੀ ਨੇ? ਇਹ ਬੇਸਿਕਲੀ ਇੱਕ ਤਰ੍ਹਾਂ ਦੇ ਨਿਰਦੇਸ਼ ਨੇ ਸਰਕਾਰ ਨੂੰ ਕਿ ਸਰਕਾਰ ਆਪਣੇ ਨੀਤੀਆਂ ਦਾ ਨਿਰਮਾਣ ਕਰਨ ਲੱਗੇ ਇਹਨਾਂ ਨਿਰਦੇਸ਼ਕ ਸਿਧਾਂਤਾਂ ਨੂੰ ਪੜ੍ਹੇਗੀ ਜਾਂ ਇਹਨਾਂ ਨੂੰ ਫੋਲੋ ਕਰੇਗੀ ਤੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗੀ। ਪਰ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਜੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਇਹ ਨਿਆਏ ਸੰਗਤ ਨਹੀਂ ਹਨ। ਮਤਲਬ ਕਿ ਇਹਨਾਂ ਨੂੰ ਅਗਰ ਸਰਕਾਰ ਇਹਨਾਂ ਦੇ ਉੱਤੇ ਅਮਲ ਨਹੀਂ ਕਰਦੀ ਤਾਂ ਅਸੀਂ ਕਿਸੇ ਵੀ ਕੋਰਟ ਦੇ ਵਿੱਚ ਅਸੀਂ ਨਹੀਂ ਜਾ ਸਕਦੇ। ਜਿਵੇਂ ਕਿ ਜੇ ਅਗਰ ਸਾਡੇ ਮੌਲਿਕ ਅਧਿਕਾਰ ਨੇ ਅਗਰ ਉਹ ਸਾਨੂੰ ਨਹੀਂ ਮਿਲਦੇ ਤਾਂ ਅਸੀਂ ਕੋਰਟ ਜਾ ਸਕਦੇ ਹਾਂ, ਪਰ ਸਾਡੇ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਉਹ ਅਗਰ ਸਰਕਾਰ ਇਹਨਾਂ ਨੂੰ ਫੋਲੋ ਨਹੀਂ ਕਰਦੀ ਹੈ, ਇਹਨਾਂ ਨੂੰ ਲਾਗੂ ਨਹੀਂ ਕਰਦੀ, ਅਮਲ ਦੇ ਵਿੱਚ ਨਹੀਂ ਲਿਆਂਦੀ ਸਰਕਾਰ, ਤਾਂ ਅਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਸੰਸਦੀ ਪ੍ਰਣਾਲੀ ਦੀ ਸਰਕਾਰ ਇੱਥੇ ਪਾਈ ਜਾਂਦੀ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਦੇ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਜਿਵੇਂ ਕਿ ਇੱਥੇ ਨਾਮ ਮਾਤਰ ਤੇ ਜੋ ਕਾਰਜਕਾਰੀ ਅਧਿਅਕਸ਼ ਹੈ ਉਹਦੇ ਵਿੱਚ ਇੱਕ ਤਰ੍ਹਾਂ ਦਾ ਅੰਤਰ ਪਾਇਆ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਇੱਥੇ ਨਾਮ ਮਾਤਰ ਦਾ ਕਾਰਜਕਾਰੀ ਅਧਿਅਕਸ਼ ਹੈ ਉਹ ਸਾਡਾ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਨੇ, ਤੇ ਜਿਹੜੇ ਸਾਡੇ ਵਾਸਤਵਿਕ ਜੋ ਸਾਡੇ ਕਾਰਜਕਾਰੀ ਅਧਿਅਕਸ਼ ਨੇ ਉਹ ਸਾਡੇ ਪ੍ਰਾਈਮ ਮਿਨਿਸਟਰ ਨੇ, ਪ੍ਰਧਾਨ ਮੰਤਰੀ ਨੇ। ਸੋ ਇਹ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ। ਜਦੋਂ ਜਿੱਥੇ ਵੀ ਸੰਸਦੀ ਪ੍ਰਣਾਲੀ ਦੀ ਸਰਕਾਰ ਪਾਈ ਜਾਏਗੀ ਉੱਥੇ ਇਹ ਜੋ ਅੰਤਰ ਹੈ ਜੋ ਕਾਰਜਕਾਰੀ ਅਧਿਅਕਸ਼ ਦੇ ਵਿੱਚ ਨਾਮ ਮਾਤਰ ਤੇ ਵਾਸਤਵਿਕ ਦਾ, ਇਹ ਅੰਤਰ ਹਮੇਸ਼ਾ ਹੀ ਪਾਇਆ ਜਾਵੇਗਾ। ਸੰਸਦੀ ਪ੍ਰਣਾਲੀ ਦੀ ਸਰਕਾਰ ਦਾ ਦੂਜੀ ਜੋ ਵਿਸ਼ੇਸ਼ਤਾ ਹੈ ਉਹ ਇਹ ਹੈ ਕਿ ਜਿਹੜੀ ਕਾਰਜਪਾਲਿਕਾ ਹੈ, ਜੋ ਉਹ ਭਾਵ ਕਿ ਜੋ ਮੰਤਰੀ ਪਰਿਸ਼ਦ ਹੈ, ਉਹ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਜੋ ਵੀ ਕਰਨਗੇ ਉਹ ਉਹਨਾਂ ਦੇ ਲਈ ਜੋ ਵੀ ਕੰਮ ਉਹ ਕਰਨਗੇ ਉਹਨਾਂ ਦੇ ਲਈ ਉਹ ਲੋਕਾਂ ਦੇ ਸਾਹਮਣੇ ਉੱਤਰਦਾਈ ਨੇ। ਉਹ ਜਵਾਬ ਦੇਣਗੇ ਕਿ ਉਹ ਇਹ ਕੰਮ ਉਹਨਾਂ ਨੇ ਕਿਉਂ ਕੀਤਾ ਹੈ, ਨੀਤੀ ਨਿਰਮਾਣ ਉਹਨਾਂ ਨੇ ਕਿਉਂ ਕੀਤਾ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਤੀਜੀ ਵਿਸ਼ੇਸ਼ਤਾ ਹੈ ਕਿ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਇੱਕ ਗੂੜਾ ਸੰਬੰਧ ਜੋ ਹੈ ਉਹ ਪਾਇਆ ਜਾਂਦਾ ਹੈ। ਜੋ ਕਾਰਜਪਾਲਿਕਾ ਦੇ ਮੈਂਬਰ ਹੁੰਦੇ ਨੇ ਉਹ ਹੀ ਮੈਂਬਰ ਇੱਥੇ ਵਿਧਾਨ ਪਾਲਿਕਾ ਦੇ ਹੁੰਦੇ ਨੇ। ਸੋ ਇਹ 2-3 ਫੀਚਰਸ ਨੇ ਜੋ ਤੁਸੀਂ ਗੱਲਾਂ ਨੇ ਜਦੋਂ ਤੁਸੀਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਜਾਂ ਫਿਰ ਸੰਸਦੀ ਪ੍ਰਣਾਲੀ ਦੀ ਸਰਕਾਰ ਦਾ ਪੁਆਇੰਟ ਜਦੋਂ ਤੁਸੀਂ ਲਿਖੋਗੇ ਤਾਂ ਤੁਸੀਂ ਇਹ ਪੁਆਇੰਟ ਦੀਆਂ ਗੱਲਾਂ ਇਹ ਗੱਲਾਂ ਨੇ ਜੋ ਇਹ ਤੁਸੀਂ ਇਸ ਪੁਆਇੰਟ ਦੇ ਅੰਦਰ ਤੁਸੀਂ ਲਿਖ ਸਕਦੇ ਹੋ। ਨੈਕਸਟ ਫੀਚਰ ਜੋ ਹੈ ਉਹ ਇਹ ਹੈ ਕਿ ਮੰਤਰੀ ਪਰਿਸ਼ਦ ਦਾ ਨਿਸ਼ਚਿਤ ਆਕਾਰ ਦੀ ਵਿਵਸਥਾ ਕੀਤੀ ਗਈ ਹੈ। ਸੋ ਤੁਸੀਂ ਜਾਣਦੇ ਹੋ ਕਿ ਮੰਤਰੀ ਪਰਿਸ਼ਦ ਜੋ ਕਿ ਸਾਡੇ ਮੰਤਰੀ ਹੁੰਦੇ ਨੇ, ਸਾਡੀ ਜਿਹੜੀ ਲੋਕ ਸਭਾ ਹੈ ਉਹਦੇ ਵਿੱਚੋਂ ਮੰਤਰੀ ਚੁਣੇ ਜਾਂਦੇ ਨੇ, ਪਰੰਤੂ ਪਹਿਲੇ ਇਹੋ ਜਿਹੀ ਵਿਵਸਥਾ ਨਹੀਂ ਸੀ ਕਿ ਜੋ ਮੰਤਰੀ ਕਿੰਨੇ ਹੋਣਗੇ, ਉਹਨਾਂ ਦੀ ਸੰਖਿਆ ਕਿੰਨੀ ਹੋਵੇਗੀ। ਪਰ ਦਸੰਬਰ 2003 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਸੰਸ਼ੋਧਨ ਕੀਤਾ ਗਿਆ ਜੋ ਕਿ 91st ਜੋ ਹੈ ਸ਼ੋਧ ਜਿਸ ਨੂੰ ਕਿਹਾ ਜਾਂਦਾ ਹੈ, ਜਿਸ ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਕਿ ਜਿੰਨਾ ਸਦਨ ਦਾ ਆਕਾਰ ਹੈ, ਜਿੰਨੇ ਮੈਂਬਰਾਂ ਦੀ ਸੰਖਿਆ ਹੈ, ਉਹਨਾਂ ਸੰਖਿਆ ਦੇ 15% ਤੋਂ ਵੱਧ ਜੋ ਹੈ ਮੰਤਰੀਆਂ ਦੀ ਸੰਖਿਆ ਜੋ ਹੈ ਉਹ ਨਹੀਂ ਹੋ ਸਕਦੀ। ਨੈਕਸਟ ਫੀਚਰ ਹੈ ਕਿ ਭਾਰਤ ਦਾ ਸੰਵਿਧਾਨ ਇੱਕ ਕਠੋਰ ਅਤੇ ਲਚਕਦਾਰ ਸੰਵਿਧਾਨ ਹੈ, ਜਿਸ ਨੂੰ ਕਿ ਅਸੀਂ ਰਿਜਿਡ ਅਤੇ ਫਲੈਕਸੀਬਲ ਕਹਿੰਦੇ ਹਾਂ। ਸੋ ਭਾਰਤ ਦਾ ਸੰਵਿਧਾਨ ਦੇ ਵਿੱਚ ਦੋਨੋਂ ਹੀ ਇਹ ਜੋ ਵਿਸ਼ੇਸ਼ਤਾਵਾਂ ਨੇ ਪਾਈਆਂ ਜਾਂਦੀਆਂ ਨੇ ਕਿ ਭਾਰਤ ਦਾ ਸੰਵਿਧਾਨ ਕੁਝ ਧਾਰਾਵਾਂ ਨੂੰ ਲੈ ਕੇ ਅਸੀਂ ਇਹਦੇ ਵਿੱਚ ਸਧਾਰਨ ਬਹੁਮਤ ਦੇ ਨਾਲ ਜੋ ਹੈ ਸੰਸ਼ੋਧਨ ਕਰ ਸਕਦੇ ਹਾਂ, ਤੇ ਕੁਝ ਜੋ ਧਾਰਾਵਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਵਿਸ਼ੇਸ਼ ਬਹੁਮਤ ਦੇ ਨਾਲ ਸੰਸ਼ੋਧਨ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੋਨੋਂ ਹੀ ਤਰ੍ਹਾਂ ਦੇ ਸੰਸ਼ੋਧਨ ਨੇ ਜੋ ਇੱਥੇ ਹੋ ਸਕਦੇ ਨੇ, ਜਿਨ੍ਹਾਂ ਨੂੰ ਅਸੀਂ ਦੋ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਤਾਂ ਕਠੋਰ ਮੰਨੇ ਜਾਂਦੇ ਨੇ ਸੰਸ਼ੋਧਨ, ਕੁਝ ਨੂੰ ਅਸੀਂ ਜੋ ਹੈ ਲਚਕਦਾਰ ਤਰੀਕੇ ਦੇ ਨਾਲ ਅਸੀਂ ਸੰਸ਼ੋਧਨ ਕਰ ਸਕਦੇ ਹਾਂ। ਅਗਲੀ ਵਿਸ਼ੇਸ਼ਤਾ ਜੋ ਭਾਰਤੀ ਸੰਵਿਧਾਨ ਦੀ ਹੈ ਉਹ ਇਹ ਹੈ ਕਿ ਭਾਰਤੀ ਸੰਵਿਧਾਨ ਦੀ ਜੋ ਬਣਤਰ ਹੈ ਉਹ ਸੰਘੀ ਹੈ, ਪਰ ਇਸ ਦੀ ਜੋ ਆਤਮਾ ਹੈ ਉਹ ਇੱਕ ਇਕਾਤਮਕ ਮੰਨੀ ਜਾਂਦੀ ਹੈ। ਇਸ ਦਾ ਅਰਥ ਇਹ ਹੈ ਕਿ ਜੋ ਭਾਰਤ ਦਾ ਸੰਵਿਧਾਨ ਹੈ ਉਹ ਥਿਊਰੀ ਦੇ ਵਿੱਚ ਤਾਂ ਇੱਕ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ, ਪਰੰਤੂ ਜਦੋਂ ਅਸੀਂ ਇਸ ਨੂੰ ਵਾਸਤਵਿਕ ਰੂਪ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਉਂਦੇ ਹਾਂ ਤਾਂ ਉਸ ਟਾਈਮ ਤੇ ਇਹ ਇੱਕ
ਏਕਾਤਮਕ ਸੰਵਿਧਾਨ ਬਣ ਜਾਂਦਾ ਹੈ। ਇੱਥੇ ਤੁਸੀਂ ਇਹ ਯਾਦ ਰੱਖਣਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਜੋ ਸੰਘਾਤਮਕ ਸ਼ਬਦ ਹੈ, ਫੈਡਰਲ ਸ਼ਬਦ ਹੈ, ਉਹ ਕਿਤੇ ਵੀ ਪ੍ਰਯੋਗ ਜੋ ਹੈ ਨਹੀਂ ਕੀਤਾ ਗਿਆ ਹੈ। ਸਾਨੂੰ ਦੋਨਾਂ ਤਰ੍ਹਾਂ ਦੀਆਂ ਜੋ ਵਿਸ਼ੇਸ਼ਤਾਵਾਂ ਨੇ ਉਹ ਭਾਰਤੀ ਸੰਵਿਧਾਨ ਦੇ ਵਿੱਚ ਮਿਲਦੀਆਂ ਨੇ। ਉਹ ਵਿਸ਼ੇਸ਼ਤਾਵਾਂ ਜੋ ਭਾਰਤੀ ਸੰਵਿਧਾਨ ਨੂੰ ਇੱਕ ਸੰਘਾਤਮਕ ਵਿਵਸਥਾ ਬਣਾਉਂਦੀਆਂ ਨੇ, ਉਹ ਵੀ ਸਾਨੂੰ ਵਿਸ਼ੇਸ਼ਤਾਵਾਂ ਭਾਰਤੀ ਸੰਵਿਧਾਨ ਦੇ ਵਿੱਚ ਮਿਲਦੀਆਂ ਨੇ, ਤੇ ਉਹ ਵਿਸ਼ੇਸ਼ਤਾਵਾਂ ਜਿਹੜੀਆਂ ਕਿ ਭਾਰਤੀ ਸੰਵਿਧਾਨ ਨੂੰ ਇੱਕ ਏਕਾਤਮਕ ਸੰਵਿਧਾਨ, ਯੂਨਿਟਰੀ ਕਨਸਟੀਟਿਊਸ਼ਨ ਜੋ ਬਣਾਉਂਦੀਆਂ ਨੇ, ਉਹ ਵੀ ਸਾਨੂੰ ਇੱਥੇ ਮਿਲਦੀਆਂ ਨੇ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਾਰਵਜਨਿਕ ਬਾਲਗ ਮਤ ਅਧਿਕਾਰ, ਜਿਸ ਨੂੰ ਕਿ ਅਸੀਂ ਯੂਨੀਵਰਸਲ ਅਡਲਟ ਫਰੈਂਚਾਈਜ਼ ਜੋ ਕਿ ਵੋਟਿੰਗ ਰਾਈਟ ਜੋ ਹੈ ਕਹਿੰਦੇ ਆ, ਉਸ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ ਭਾਰਤ ਦੇ ਸੰਵਿਧਾਨ ਦੇ 326 ਧਾਰਾ ਦੇ ਅੰਦਰ ਕੀਤੀ ਗਈ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਹਰ ਇੱਕ ਚੋਣ ਖੇਤਰ ਦੇ ਵਿੱਚ ਜੋ ਹੈ ਉੱਥੋਂ ਦੇ ਜੋ ਵੋਟਰਸ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤ ਦਾ ਸੰਵਿਧਾਨ ਇੱਕ ਧਰਮ ਨਿਰਪੇਖ ਰਾਜ ਹੈ। ਧਰਮ ਨਿਰਪੇਖ ਸ਼ਬਦ ਦਾ ਅਰਥ ਹੈ ਕਿ ਭਾਰਤ ਦਾ ਕੋਈ ਆਪਣਾ ਧਰਮ ਨਹੀਂ ਹੈ, ਭਾਰਤ ਦੇ ਲਈ ਸਾਰੇ ਧਰਮ ਸਮਾਨ ਨੇ। ਤੇ ਇਹ ਜੋ ਧਰਮ ਨਿਰਪੇਖ ਸ਼ਬਦ ਹੈ ਭਾਰਤੀ ਸੰਵਿਧਾਨ ਦੇ ਵਿੱਚ, ਜਦੋਂ ਅਸੀਂ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਸੀ ਉਦੋਂ ਨਹੀਂ ਸੀਗਾ, ਪਰ ਅਸੀਂ ਇਸ ਨੂੰ 1976 ਦੇ ਵਿੱਚ 42ਵਾਂ ਸੰਸ਼ੋਧਨ ਕਰਕੇ ਇਸ ਸ਼ਬਦ ਨੂੰ ਜੋ ਹੈ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਹੈ। ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤ ਦਾ ਸੰਵਿਧਾਨ ਜੋ ਹੈ ਉਹ 2 ਸਦਨੀ ਵਿਧਾਨ ਪਾਲਿਕਾ ਦੀ ਵਿਵਸਥਾ ਕਰਦਾ ਹੈ। ਇਸ ਦੀ ਵਿਵਸਥਾ ਧਾਰਾ 79 ਨੰਬਰ ਧਾਰਾ ਜੋ ਹੈ ਉਸ ਦੇ ਅਧੀਨ ਕੀਤੀ ਗਈ ਹੈ। 2 ਸਦਨੀ ਵਿਧਾਨ ਪਾਲਿਕਾ ਦਾ ਅਰਥ ਹੈ ਕਿ ਭਾਰਤ ਦਾ ਸੰਵਿਧਾਨ ਰਾਜਾਂ ਦੇ ਆਧਾਰ ਤੇ ਅਤੇ ਸੰਸਦ ਦੇ ਆਧਾਰ ਤੇ 2 ਸਦਨਾਂ ਦੀ ਵਿਵਸਥਾ ਕਰਦਾ ਹੈ, ਜਿਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸੰਵਿਧਾਨ ਜੋ ਸੰਸਦ ਹੈ ਆਪਣੀ, ਉਸ ਦੇ ਵਿੱਚ 2 ਸਦਨ ਨੇ। ਇੱਕ ਨੂੰ ਲੋਕ ਸਭਾ ਕਿਹਾ ਜਾਂਦਾ ਹੈ ਤੇ ਦੂਜੇ ਨੂੰ ਅਸੀਂ ਰਾਜ ਸਭਾ ਕਹਿੰਦੇ ਹਾਂ। ਤੇ ਦੂਜਾ ਜਿਹੜਾ ਸਾਡੇ ਰਾਜ ਨੇ ਉਹਨਾਂ ਦੇ ਵਿੱਚ ਵੀ 2 ਸਦਨੀ ਜੋ ਵਿਧਾਨ ਪਾਲਿਕਾ ਹੈ ਉਸ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੇ ਵਿੱਚ ਅਸੀਂ ਹੇਠਲੇ ਸਦਨ ਨੂੰ ਅਸੀਂ ਸਟੇਟ ਲੈਜਿਸਲੇਟਿਵ ਜੋ ਹੈ ਅਸੈਂਬਲੀ ਕਹਿੰਦੇ ਹਾਂ ਤੇ ਦੂਜੇ ਨੂੰ ਅਸੀਂ ਸਟੇਟ ਲੈਜਿਸਲੇਟਿਵ ਕਾਉਂਸਲ ਕਹਿੰਦੇ ਹਾਂ, ਜੋ ਕਿ ਸਾਡੀ ਰਾਜ ਵਿਧਾਨ ਸਭਾ ਦਾ ਉੱਪਰਲਾ ਸਦਨ ਹੁੰਦਾ ਹੈ। ਪਰ ਇਸ ਦੇ ਨਾਲ ਨਾਲ ਹੀ ਜੋ ਸਾਡੀਆਂ ਰਾਜ ਨੇ ਉਹਨਾਂ ਦੇ ਵਿੱਚ ਜੋ ਉੱਪਰਲਾ ਸਦਨ ਹੈ ਉਸ ਨੂੰ ਖਤਮ ਕਰਨ ਦੀ ਵੀ ਜੋ ਹੈ ਵਿਵਸਥਾ ਕੀਤੀ ਗਈ ਹੈ, ਜੋ ਕਿ ਆਰਟੀਕਲ 169 ਦੇ ਅਧੀਨ ਕੀਤੀ ਗਈ ਹੈ। ਸੋ ਅਗਰ ਰਾਜ ਇਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਉੱਪਰਲੀ ਸਦਨ ਜੋ ਹੈ, ਰਾਜ ਵਿਧਾਨ ਸਭਾ ਦਾ ਉੱਪਰਲਾ ਸਦਨ ਜੋ ਹੈ ਨਾ ਹੋਵੇ, ਤਾਂ ਉਹ ਉਸ ਨੂੰ ਖਤਮ ਵੀ ਕਰ ਸਕਦੇ ਹਨ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤ ਦਾ ਸੰਵਿਧਾਨ ਦੀ ਜੋ ਸੰਸਦ ਹੈ ਉਸ ਦੀਆਂ ਸ਼ਕਤੀਆਂ ਅਸੀਮਿਤ ਨਹੀਂ ਹਨ ਬਲਕਿ ਸੀਮਿਤ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਭਾਰਤ ਦੀ ਜੋ ਸੰਸਦ ਹੈ ਉਹ ਇੱਕ ਪ੍ਰਭੂਸੱਤਾ ਸੰਪੰਨ ਸੰਸਦ ਨਹੀਂ ਹੈ। ਭਾਰਤੀ ਸੰਸਦ ਦੀਆਂ ਸ਼ਕਤੀਆਂ ਦੇ ਉੱਤੇ ਕਈ ਤਰ੍ਹਾਂ ਦੀ ਰੋਕ ਜੋ ਹੈ ਲੱਗੀ ਹੋਈ ਹੈ। ਇਹ ਯੂਕੇ ਦੀ ਸੰਸਦ ਦੀ ਤਰ੍ਹਾਂ ਪ੍ਰਭੂਸੱਤਾ ਸੰਪੰਨ ਸੰਸਦ ਨਹੀਂ ਹੈ। ਮਤਲਬ ਕਿ ਇਹ ਅਗਰ ਸਧਾਰਨ ਸ਼ਬਦਾਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਦੀ ਸੰਸਦ ਆਪਣੀ ਮਨਮਰਜ਼ੀ ਦਾ ਕਾਨੂੰਨ ਜੋ ਹੈ ਉਹ ਨਹੀਂ ਬਣਾ ਸਕਦੀ। ਇਹ ਇਸ ਦੀਆਂ ਸ਼ਕਤੀਆਂ ਨੇ ਜੋ ਇਸ ਨੂੰ ਦਿੱਤੀਆਂ ਗਈਆਂ ਨੇ ਉਹ ਆਪਣੀ ਮਰਜ਼ੀ ਦੇ ਨਾਲ ਯੂਜ਼ ਨਹੀਂ ਕਰ ਸਕਦੀ। ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਕਹਿਰੀ ਸੰਗਠਿਤ ਨਿਆਂ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿੱਚ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਰਾਜਾਂ ਦੇ ਲਈ ਅਲੱਗ ਦੀ ਵਿਵਸਥਾ ਕੀਤੀ ਗਈ ਹੈ ਤੇ ਸੰਘ ਦੇ ਲਈ ਜੋ ਹੈ ਅਲੱਗ ਅਦਾਲਤਾਂ ਦੀ ਵਿਵਸਥਾ ਕੀਤੀ ਗਈ ਹੈ, ਪਰ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ। ਇੱਥੇ ਇੱਕੋ ਹੀ ਇਕਹਿਰੀ ਜੋ ਹੈ ਨਿਆਂ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ, ਜੋ ਕਿ ਤਰਤੀਬ ਵਾਰ ਵੱਜੀ ਹੋਈ ਹੈ, ਜਿਸ ਨੂੰ ਕਿ ਅਸੀਂ ਹਾਇਰਾਰਕੀਕਲ ਆਰਡਰ ਵੀ ਕਹਿੰਦੇ ਹਾਂ, ਜਿਹਦੇ ਵਿੱਚ ਸਭ ਤੋਂ ਉੱਪਰ ਜੋ ਹੈ ਉਹ ਸੁਪਰੀਮ ਕੋਰਟ ਹੈ ਤੇ ਉਸ ਤੋਂ ਨੀਚੇ ਹਾਈ ਕੋਰਟਸ ਨੇ ਤੇ ਉਸ ਤੋਂ ਨੀਚੇ ਜੋ ਹੈ ਡਿਸਟ੍ਰਿਕਟ ਕੋਰਟਸ ਨੇ। ਸੋ ਜੋ ਸੁਪਰੀਮ ਕੋਰਟ ਹੈ ਉਹ ਡਿਸਟ੍ਰਿਕਟ ਕੋਰਟਸ ਨੂੰ ਵੀ ਡਾਇਰੈਕਸ਼ਨਸ ਦੇ ਸਕਦੀ ਹੈ ਤੇ ਹਾਈ ਕੋਰਟਸ ਨੇ ਜੋ ਉਹ ਵੀ ਡਿਸਟ੍ਰਿਕਟ ਕੋਰਟਸ ਨੂੰ ਡਾਇਰੈਕਸ਼ਨ ਦੇ ਸਕਦੇ ਹਨ। ਅਗਲੀ ਜੋ ਵਿਸ਼ੇਸ਼ਤਾ ਹੈ ਭਾਰਤੀ ਸੰਵਿਧਾਨ ਦੀ ਉਹ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਜੋ ਹੈ ਸੁਤੰਤਰ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਤੋਂ ਭਾਵ ਹੈ ਕਿ ਇਸ ਦੇ ਵਿੱਚ ਅਜਿਹਾ ਵਿਵਸਥਾ ਕੀਤੀ ਗਈ ਹੈ, ਕੁਝ ਜਿਹੇ ਪ੍ਰਬੰਧ ਕੀਤੇ ਗਏ ਹਨ ਜਿਹਦੇ ਵਿੱਚ ਨਿਆਂਪਾਲਿਕਾ ਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੋ ਹੈ ਕੋਈ ਵੀ ਵਿਅਕਤੀ ਜੋ ਹੈ ਜਾਂ ਕੋਈ ਵੀ ਸੰਸਥਾ ਹੈ ਜਾਂ ਕੋਈ ਵੀ ਬਿਜ਼ਨਸ ਗਰੁੱਪ ਹੈ ਉਹ ਕਿਸੇ ਤਰ੍ਹਾਂ ਦਾ ਵੀ ਜੋ ਹੈ ਪ੍ਰਭਾਵ ਜੋ ਹੈ ਆਪਣਾ ਨਹੀਂ ਬਣਾ ਸਕਦਾ। ਨਿਆਂ ਵਿਵਸਥਾ ਨੂੰ ਸੁਤੰਤਰ ਰੱਖਣ ਦੇ ਲਈ ਕੁਝ ਵਿਵਸਥਾਵਾਂ ਕੀਤੀਆਂ ਗਈਆਂ ਨੇ, ਜਿਵੇਂ ਕਿ ਜੱਜਾਂ ਦੀ ਨਿਯੁਕਤੀ ਜੋ ਹੈ ਨਿਰਪੱਖ ਵਿਧੀ ਨਾਲ ਕੀਤੀ ਜਾਂਦੀ ਹੈ ਅਤੇ ਜੋ ਜੱਜ ਬਣਨ ਦੇ ਲਈ ਜੋ ਉੱਚ ਯੋਗਤਾਵਾਂ ਰੱਖੀਆਂ ਗਈਆਂ ਨੇ ਉਹਨਾਂ ਦਾ ਕਾਰਜਕਾਲ ਜੋ ਹੈ ਉਹ ਲੰਬਾ ਰੱਖਿਆ ਗਿਆ ਹੈ ਤੇ ਉਹਨਾਂ ਦੀ ਜੋ ਰਿਟਾਇਰਮੈਂਟ ਏਜ ਹੈ ਉਹ ਵੀ ਨਿਸ਼ਚਿਤ ਕੀਤੀ ਗਈ ਹੈ। ਸੋ ਇਸ ਤਰ੍ਹਾਂ ਜੱਜਾਂ ਨੂੰ ਕਿਸੇ ਵੀ ਪ੍ਰਭਾਵ ਤੋਂ ਦੂਰ ਰੱਖਣ ਦੇ ਲਈ ਹਰ ਵਿਵਸਥਾ ਜੋ ਹੈ ਕੀਤੀ ਗਈ ਹੈ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਨਿਆਇਕ ਪੁਨਰ ਨਿਰੀਖਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨੂੰ ਕਿ ਅਸੀਂ ਪਾਵਰ ਆਫ ਜੁਡੀਸ਼ੀਅਲ ਰਿਵਿਊ ਵੀ ਕਹਿੰਦੇ ਹਾਂ।
ਇਹ ਜੁਡੀਸ਼ੀਅਲ ਰਿਵਿਊ ਕੀ ਹੁੰਦਾ ਹੈ? ਐਕਚੁਅਲੀ ਜੁਡੀਸ਼ੀਅਲ ਰਿਵਿਊ ਜਦੋਂ ਤੁਹਾਨੂੰ ਪਤਾ ਹੈ ਕਿ ਜੋ ਸਾਡਾ ਵਿਧਾਨ ਪਾਲਿਕਾ ਹੈ ਉਹ ਕਿਸੇ ਤਰ੍ਹਾਂ ਦਾ ਵੀ ਕਾਨੂੰਨ ਜੋ ਹੈ ਉਹ ਬਣਾ ਸਕਦੀ ਹੈ, ਤੇ ਨਿਆਂਪਾਲਿਕਾ ਜੋ ਹੈ ਸਾਡੀ ਉਹ ਚੈੱਕ ਕਰੇਗੀ ਕਿ ਜੋ ਵਿਧਾਨ ਪਾਲਿਕਾ ਨੇ ਜੋ ਕਾਨੂੰਨ ਬਣਾਇਆ ਹੈ ਕਿ ਉਹ ਕਿਸੇ ਤਰ੍ਹਾਂ ਵੀ ਸਾਡੇ ਸੰਵਿਧਾਨ ਦਾ ਉਲੰਘਣ ਤਾਂ ਨਹੀਂ ਕਰ ਰਿਹਾ। ਜੇਕਰ ਉਹ ਸੰਵਿਧਾਨ ਦਾ ਕਿਸੇ ਤਰ੍ਹਾਂ ਵੀ ਉਲੰਘਣ ਕਰ ਰਿਹਾ ਹੈ ਤਾਂ ਸਾਡੀ ਨਿਆਂਪਾਲਿਕਾ ਉਸ ਜੋ ਲਾਅ ਹੈ ਉਸ ਕਾਨੂੰਨ ਨੂੰ ਰੱਦ ਕਰ ਸਕਦੀ ਹੈ। ਇਹ ਕਹਿ ਸਕਦੇ ਹਾਂ ਕਿ ਉਸ ਕਾਨੂੰਨ ਨੂੰ ਸਾਡੀ ਨਿਆਂਪਾਲਿਕਾ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਦਾ ਸ਼ਾਸਨ ਦਾ ਪ੍ਰਬੰਧ ਜੋ ਹੈ ਕੀਤਾ ਗਿਆ ਹੈ, ਰੂਲ ਆਫ ਲਾਅ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਇਸ ਦਾ ਮਤਲਬ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਜੋ ਹੈ ਉਹ ਸਭ ਤੋਂ ਉੱਪਰ ਹੈ, ਵਿਅਕਤੀ ਨੂੰ ਜੋ ਹੈ ਕਾਨੂੰਨ ਤੋਂ ਨੀਚੇ ਰੱਖਿਆ ਗਿਆ ਹੈ। ਸੋ ਕੋਈ ਵੀ ਵਿਅਕਤੀ ਅਗਰ ਕਿਸੇ ਤਰ੍ਹਾਂ ਦਾ ਵੀ ਜੋ ਹੈ ਕ੍ਰਾਈਮ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਅਨੁਸਾਰ ਜੋ ਹੈ ਸਜ਼ਾ ਦਿੱਤੀ ਜਾਵੇਗੀ। ਇਹ ਨਹੀਂ ਦੇਖਿਆ ਜਾਵੇਗਾ ਕਿ ਉਸ ਦੇ ਕੋਲ ਕਿੰਨੀ ਸੰਪत्ति ਹੈ ਜਾਂ ਉਹ ਉਸ ਦਾ ਕੀ ਅਹੁਦਾ ਹੈ। ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਜੋ ਹੈ ਇਕਹਿਰੀ ਨਾਗਰਿਕਤਾ, ਸਿੰਗਲ ਸਿਟੀਜ਼ਨਸ਼ਿਪ ਦੀ ਵਿਵਸਥਾ ਕੀਤੀ ਗਈ ਹੈ। ਸੋ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਕੰਟਰੀਜ਼ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੋਹਰੀ ਨਾਗਰਿਕਤਾ ਦੀ ਵਿਵਸਥਾ ਕੀਤੀ ਗਈ ਹੈ, ਜਿਵੇਂ ਕਿ ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ ਹੈ, ਪਰੰਤੂ ਭਾਰਤ ਦੇ ਵਿੱਚ ਇਕਹਿਰੀ ਨਾਗਰਿਕਤਾ ਦੀ ਵਿਵਸਥਾ ਕੀਤੀ ਗਈ ਹੈ। ਇਕਹਿਰੀ ਨਾਗਰਿਕਤਾ ਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਕਿਸੇ ਵੀ ਰਾਜ ਦੇ ਵਿੱਚ ਰਹਿੰਦੇ ਹੋ ਭਾਰਤ ਦੇ ਵਿੱਚ ਤਾਂ ਤੁਸੀਂ ਉਸ ਰਾਜ ਦੇ ਨਾਗਰਿਕ ਨਹੀਂ ਮੰਨੇ ਜਾਂਦੇ, ਬਲਕਿ ਤੁਸੀਂ ਭਾਰਤ ਦੇ ਨਾਗਰਿਕ ਮੰਨੇ ਜਾਂਦੇ ਹੋ। ਠੀਕ ਹੈ, ਸੋ ਭਾਰਤੀ ਸੰਵਿਧਾਨ ਇਕਹਿਰੀ ਨਾਗਰਿਕਤਾ ਦੀ ਵਿਵਸਥਾ ਕਰਦਾ ਹੈ। ਭਾਰਤੀ ਸੰਵਿਧਾਨ ਦੇ ਵਿੱਚ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੰਯੁਕਤ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦਾ ਅਰਥ ਇਹ ਹੈ ਕਿ ਜੋ ਭਾਰਤੀ ਨਾਗਰਿਕ ਨੇ ਉਹ ਕਿਸੇ ਵੀ ਧਰਮ ਦੇ, ਕਿਸੇ ਵੀ ਸੰਪਰਦਾਇ ਦੇ ਉਮੀਦਵਾਰ ਨੂੰ ਆਪਣੀ ਵੋਟ ਦੇ ਸਕਦੇ ਨੇ। ਅਜਿਹਾ ਨਹੀਂ ਹੈ ਕਿ ਉਹ ਸਿਰਫ ਆਪਣੇ ਹੀ ਸੰਪਰਦਾਇ ਦੇ ਜਾਂ ਆਪਣੇ ਧਰਮ ਦੇ ਹੀ ਉਮੀਦਵਾਰ ਨੂੰ ਵੋਟ ਦੇ ਸਕਦੇ ਨੇ। ਸੋ ਇਹੋ ਜੀ ਵਿਵਸਥਾ ਅੰਗਰੇਜ਼ਾਂ ਨੇ ਭਾਰਤੀ ਸੁਤੰਤਰਤਾ ਤੋਂ ਪਹਿਲਾਂ ਕੀਤੀ ਸੀ, ਜਿਸ ਦੇ ਕਿ ਬਹੁਤ ਹੀ ਬੁਰੇ ਨਤੀਜੇ ਨਿਕਲੇ ਸੀ। ਪਰ ਭਾਰਤੀ ਸੰਵਿਧਾਨ ਦੇ ਵਿੱਚ ਇਹੋ ਜੀ ਵਿਵਸਥਾ ਨੂੰ ਨਕਾਰਿਆ ਗਿਆ ਹੈ ਕਿ ਕੋਈ ਵੀ ਨਾਗਰਿਕ ਜੋ ਹੈ ਸਿਰਫ ਆਪਣੇ ਹੀ ਸੰਪਰਦਾਇ ਦੇ ਉਮੀਦਵਾਰ ਨੂੰ ਵੋਟ ਕਰ ਸਕਦਾ ਹੈ, ਬਲਕਿ ਇਹੋ ਜੀ ਵਿਵਸਥਾ ਕੀਤੀ ਗਈ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਜੋ ਭਾਰਤ ਦਾ ਜੋ ਨਾਗਰਿਕ ਹੈ ਉਹ ਹਰ ਇੱਕ ਸੰਪਰਦਾਇ ਦੇ ਵਿਅਕਤੀ ਨੂੰ ਆਪਣੀ ਵੋਟ ਦੇ ਸਕਦਾ ਹੈ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਪਿਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਦੇ ਹਿੱਤਾਂ ਦੀ ਰਾਖੀ ਦੇ ਲਈ ਵਿਸ਼ੇਸ਼ ਵਿਵਸਥਾਵਾਂ ਕਰਦਾ ਹੈ। ਸੋ ਤੁਸੀਂ ਜਾਣਦੇ ਹੋ ਕਿ ਭਾਰਤੀ ਸੰਵਿਧਾਨ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜੋ ਨੇ ਕਮਿਊਨਿਟੀਜ਼ ਪਾਈਆਂ ਜਾਂਦੀਆਂ ਨੇ, ਸ਼ੈਡਿਊਲਡ ਕਾਸਟ, ਬੈਕਵਰਡ ਕਲਾਸਿਸ, ਸ਼ੈਡਿਊਲਡ ਟ੍ਰਾਈਬਸ, ਇਹ ਪਾਈਆਂ ਜਾਂਦੀਆਂ ਨੇ। ਸੋ ਇਹਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਤਾਂ ਕਿ ਇਹ ਆਪਣਾ ਉਚਿਤ ਵਿਕਾਸ ਜੋ ਹੈ ਨੇ ਕਰ ਸਕਣ, ਸੋ ਇਹਨਾਂ ਨੂੰ ਸਮਾਨਤਾ ਮਿਲ ਸਕੇ, ਇਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਵਿਤਕਰਾ ਨਾ ਹੋਵੇ, ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਡਿਸਕ੍ਰਿਮੀਨੇਸ਼ਨ ਨਾ ਹੋਵੇ। ਸੋ ਇਸ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ, ਇਹਨਾਂ ਦੀ ਰੱਖਿਆ ਦੇ ਲਈ, ਇਹਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਅਲੱਗ-ਅਲੱਗ ਨੇ ਜੋ ਵਿਵਸਥਾਵਾਂ ਨੇ ਜੋ ਕੀਤੀਆਂ ਗਈਆਂ ਨੇ। ਸੋ ਇਹ ਵਿਸ਼ੇਸ਼ ਵਿਵਸਥਾਵਾਂ ਨੇ ਜੋ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਸਮਾਨਤਾ ਨੂੰ ਬਣਾਏ ਰੱਖਣ ਦੇ ਲਈ ਕੀਤੀਆਂ ਗਈਆਂ ਨੇ। ਅਗਲੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਹੈ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਲਈ ਰਾਸ਼ਟਰੀ ਆਯੋਗ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ 1990 ਦੇ ਵਿੱਚ 65ਵੀਂ ਸੰਸ਼ੋਧਨ ਜੋ ਭਾਰਤੀ ਸੰਵਿਧਾਨ ਦੇ ਵਿੱਚ ਕੀਤੀ ਗਈ ਸੀ ਉਸ ਦੇ ਅਨੁਸਾਰ ਜੋ ਹੈ ਵਿਵਸਥਾ ਕੀਤੀ ਗਈ ਹੈ। ਇਸ ਵਿਵਸਥਾ ਦੇ ਅਨੁਸਾਰ ਹਰ ਇੱਕ ਆਯੋਗ ਦੇ ਵਿੱਚ ਜੋ ਨੇ 5 ਮੈਂਬਰ ਹੋਣਗੇ, ਜਿਸ ਦੇ ਵਿੱਚ ਇੱਕ ਸਭਾਪਤੀ ਹੋਵੇਗਾ, ਇੱਕ ਉਪ ਸਭਾਪਤੀ ਹੋਵੇਗਾ ਤੇ ਇਸ ਦੇ 3 ਮੈਂਬਰ ਹੋਣਗੇ। ਅਗਲੀ ਵਿਸ਼ੇਸ਼ਤਾ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਸ਼ੋਧ ਵਿਧੀ ਜੋ ਹੈ ਉਹ ਭਾਰਤੀ ਸੰਵਿਧਾਨ ਦੇ ਵਿੱਚ ਦਿੱਤੀ ਗਈ ਹੈ। ਇਹ ਸ਼ੋਧ ਵਿਧੀ ਧਾਰਾ 368 ਦੇ ਅੰਦਰ ਜੋ ਹੈ ਦਿੱਤੀ ਗਈ ਹੈ। ਇਹ ਸ਼ੋਧ ਵਿਧੀ ਸਾਨੂੰ ਦੱਸਦੀ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਅਗਰ ਅਸੀਂ ਕੋਈ ਚੇਂਜ ਕਰਨਾ ਹੈ, ਜਿਸ ਨੂੰ ਕਿ ਅਸੀਂ ਸੰਸ਼ੋਧਨ ਕਹਿੰਦੇ ਹਾਂ, ਉਹ ਕਿਵੇਂ ਕੀਤਾ ਜਾਵੇਗਾ। ਇਸ ਧਾਰਾ ਦੇ ਅੰਦਰ ਬੇਸਿਕਲੀ ਜੋ ਹੈ ਭਾਰਤੀ ਸੰਵਿਧਾਨ ਦੇ ਵਿੱਚ 3 ਤਰ੍ਹਾਂ ਦੀਆਂ ਜੋ ਸ਼ੋਧ ਵਿਧੀਆਂ ਦੀ ਵਿਵਸਥਾ ਜੋ ਹੈ ਕੀਤੀ ਗਈ ਹੈ ਤੇ ਉਹ ਇੱਥੇ ਮੈਂਸ਼ਨ ਕੀਤੀਆਂ ਗਈਆਂ ਨੇ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੰਕਟਕਾਲੀਨ ਸ਼ਕਤੀਆਂ ਦੀ ਵਿਵਸਥਾ ਕੀਤੀ ਗਈ ਹੈ। ਇਹਨਾਂ ਸੰਕਟਕਾਲੀਨ ਸ਼ਕਤੀਆਂ ਦੀ ਵਿਵਸਥਾ ਬੇਸਿਕਲੀ ਕਿਸੇ ਵਿਸ਼ੇਸ਼ ਤਰ੍ਹਾਂ ਦੀਆਂ ਪਰਿਸਥਿਤੀਆਂ ਪੈਦਾ ਹੋਣ ਤੇ ਇਹਨਾਂ ਸੰਕਟਕਾਲੀਨ ਸ਼ਕਤੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸੰਕਟਕਾਲੀਨ ਸ਼ਕਤੀਆਂ ਆਰਟੀਕਲ 352 352 ਤੋਂ ਲੈ ਕੇ ਆਰਟੀਕਲ 360 ਤੱਕ ਨੇ ਜੋ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚ ਆਰਟੀਕਲ 352 ਦੇ ਅੰਦਰ ਰਾਸ਼ਟਰੀ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਨੇ। ਆਰਟੀਕਲ 356 ਦੇ ਅੰਦਰ ਸੰਵਿਧਾਨਿਕ ਸੰਕਟਕਾਲੀਨ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਨੇ ਤੇ ਆਰਟੀਕਲ 360 ਦੇ ਅੰਦਰ ਜੋ ਹੈ ਵਿੱਤੀ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਨੇ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਇੱਥੇ ਸੰਸਥਾਨਿਕ ਸਵੈ ਸ਼ਾਸਨੀ ਸੰਸਥਾਵਾਂ ਨੂੰ ਸੰਵਿਧਾਨਿਕ ਮਾਨਤਾ ਦਿੱਤੀ ਗਈ ਹੈ, ਜੋ ਕਿ ਕਹਿੰਦੇ ਹਾਂ ਅਸੀਂ ਅੰਗਰੇਜ਼ੀ ਦੇ ਵਿੱਚ ਕਨਸਟੀਟਿਊਸ਼ਨਲ ਰੈਕਗਨੀਸ਼ਨ ਟੂ ਲੋਕਲ ਸੈਲਫ ਗਵਰਨਮੈਂਟ ਇੰਸਟੀਟਿਊਸ਼ਨਸ। ਤੁਸੀਂ ਜਾਣਦੇ ਹੋ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ ਤੇ ਇੱਥੇ
ਨੀਚੇ ਦੇ ਤਬਕੇ ਤੋਂ ਲੈ ਕੇ ਉੱਪਰ ਤੱਕ ਜੋ ਹੈ ਲੋਕਤੰਤਰ ਦੀ ਵਿਵਸਥਾ ਕੀਤੀ ਗਈ ਹੈ। ਸੋ 1993 ਤੋਂ ਪਹਿਲਾਂ ਜੋ ਸਾਡੀਆਂ ਪੰਚਾਇਤੀ ਰਾਜ ਸੀਗੀਆਂ ਜਾਂ ਮਿਊਨਿਸਪਲ ਕਾਰਪੋਰੇਸ਼ਨਸ ਨੂੰ ਸੰਵਿਧਾਨਿਕ ਮਾਨਤਾ ਪ੍ਰਾਪਤ ਨਹੀਂ ਸੀ, ਪਰ 1993 ਦੇ ਵਿੱਚ 73ਵਾਂ ਤੇ 74ਵਾਂ ਸੰਵਿਧਾਨਿਕ ਸੰਸ਼ੋਧਨ ਕੀਤਾ ਗਿਆ, ਜਿਸ ਦੇ ਵਿੱਚ ਭਾਗ 9 ਤੇ ਭਾਗ 9A ਜੋ ਹੈ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਤੇ ਇਹਨਾਂ ਦੇ ਅੰਦਰ 11ਵੀਂ ਤੇ 12ਵੀਂ ਅਨੁਸੂਚੀ ਜੋ ਹੈ ਸ਼ਾਮਿਲ ਕੀਤੀ ਗਈ, ਜਿਸ ਦੇ ਅਧੀਨ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੇ ਵਿੱਚ ਜੋ ਪੰਚਾਇਤੀ ਰਾਜ ਵਿਵਸਥਾ ਹੈ ਤੇ ਸਾਡੀ ਜਿਹੜੀ ਮਿਊਨਿਸਪਲ ਸ਼ਹਿਰੀ ਖੇਤਰ ਦੇ ਲੈਵਲ ਤੇ ਮਿਊਨਿਸਪਲ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਹਿੰਦੀ ਨੂੰ ਸੰਘੀ ਸਰਕਾਰ ਦੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਸੰਵਿਧਾਨ ਦੇ ਅਨੁਸਾਰ 22 ਖੇਤਰੀ ਭਾਸ਼ਾਵਾਂ ਨੇ ਜਿਨ੍ਹਾਂ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ ਤੇ ਇਹਨਾਂ ਦੇ ਵਿੱਚ ਧਾਰਾ 343 ਦੇ ਅਧੀਨ ਹਿੰਦੀ ਨੂੰ ਸੰਘੀ ਸਰਕਾਰ ਦੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਦੀ ਵਿਵਸਥਾ ਕੀਤੀ ਗਈ ਹੈ। 42ਵੇਂ ਸੰਸ਼ੋਧਨ ਦੇ ਅਧੀਨ ਇਹ ਵਿਵਸਥਾ ਕੀਤੀ ਗਈ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਜੋ ਹੈ ਸਾਡੀ ਸੰਸਦ ਹੈ ਉਹ ਇੱਕ ਅਜਿਹਾ ਕਾਨੂੰਨ ਬਣਾ ਸਕਦੀ ਹੈ ਜਿਸ ਦੇ ਵਿੱਚ ਕਿ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਦੀ ਉਹ ਵਿਵਸਥਾ ਕਰ ਸਕਦੀ ਹੈ। ਇਹ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਜੋ ਇਹ ਕੇਂਦਰ ਸਰਕਾਰ, ਰਾਜ ਸਰਕਾਰ, ਸਥਾਨਿਕ ਸਰਕਾਰਾਂ ਅਤੇ ਦੂਜੀਆਂ ਜੋ ਸਾਰਵਜਨਿਕ ਸੰਸਥਾਵਾਂ ਨੇ ਉਹਨਾਂ ਦੇ ਅਧੀਨ ਜੋ ਕੰਮ ਕਰ ਰਹੇ ਕਰਮਚਾਰੀ ਨੇ ਉਹਨਾਂ ਦੇ ਬਹੁਤ ਤਰ੍ਹਾਂ ਦੀਆਂ ਜੋ ਸਮੱਸਿਆਵਾਂ ਹੁੰਦੀਆਂ ਨੇ, ਨਿਯੁਕਤੀ ਸੇਵਾਵਾਂ, ਨਿਯੁਕਤੀ ਦੇ ਰਿਗਾਰਡਿੰਗ ਜੋ ਸਮੱਸਿਆਵਾਂ ਨੇ ਜਾਂ ਉਹਨਾਂ ਦੀਆਂ ਸੇਵਾ ਸ਼ਰਤਾਂ ਨੇ ਜੋ ਉਹਨਾਂ ਦੇ ਰਿਗਾਰਡਿੰਗ ਜੋ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਮਾਮਲੇ ਨੇ ਜੋ ਉਹ ਸਿੱਧੇ ਇਹਨਾਂ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਦੇ ਵਿੱਚ ਦੇਖੇ ਜਾਣਗੇ ਤੇ ਉਹਨਾਂ ਦਾ ਹੱਲ ਜੋ ਹੈ ਕੀਤਾ ਜਾਵੇਗਾ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਇੱਥੇ ਉਦਾਰਵਾਦੀ ਲੋਕਤੰਤਰ ਦੀ ਵਿਵਸਥਾ ਕੀਤੀ ਗਈ ਹੈ। ਸਾਨੂੰ ਭਾਰਤੀ ਸੰਵਿਧਾਨ ਦੇ ਪੜ੍ਹਨ 'ਤੇ ਸਾਨੂੰ ਪਤਾ ਚੱਲਦਾ ਹੈ ਕਿ ਇੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਵਿਸ਼ੇਸ਼ਤਾਵਾਂ ਨੇ ਜਾਂ ਇਹੋ ਜਿਹੀਆਂ ਧਾਰਾਵਾਂ ਨੇ ਜਾਂ ਇਹੋ ਜਿਹੀ ਵਿਵਸਥਾ ਮਿਲਦੀ ਹੈ ਸਾਨੂੰ ਜੋ ਕਿ ਇੱਕ ਉਦਾਰਵਾਦੀ ਲੋਕਤੰਤਰ ਦੇ ਨਾਲ ਮੇਲ ਖਾਂਦੀਆਂ ਨੇ। ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਬਾਲਗ ਮਤ ਅਧਿਕਾਰ ਜੋ ਹੈ ਉਹ ਇੱਕ ਉਦਾਰਵਾਦੀ ਲੋਕਤੰਤਰ ਦੀ ਇੱਕ ਬਹੁਤ ਵੱਡੀ ਇੱਕ ਵਿਸ਼ੇਸ਼ਤਾ ਹੈ ਜੋ ਕਿ ਸਾਨੂੰ ਭਾਰਤੀ ਸੰਵਿਧਾਨ ਵਿੱਚ ਮਿਲਦੀ ਹੈ, ਜਿਸ ਦੇ ਵਿੱਚ ਕਿ ਤੁਸੀਂ ਕਹਿ ਸਕਦੇ ਹੋ ਕਿ ਬਹੁ ਪਾਰਟੀ ਮਲਟੀ ਪਾਰਟੀ ਸਿਸਟਮ ਜੋ ਸਾਨੂੰ ਭਾਰਤ ਦੇ ਵਿੱਚ ਮਿਲਦਾ ਹੈ। ਕਾਨੂੰਨ ਦੇ ਸ਼ਾਸਨ ਦੀ ਵਿਵਸਥਾ, ਭਾਰਤੀ ਰਾਜ ਜੋ ਹੈ ਇੱਕ ਧਰਮ ਨਿਰਪੇਖ ਰਾਜ ਹੈ। ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਦੀ ਜੋ ਵਿਵਸਥਾ ਕੀਤੀ ਗਈ ਹੈ, ਇਹ ਸਾਰੀਆਂ ਜੋ ਵਿਵਸਥਾਵਾਂ ਨੇ ਇਹ ਸਾਰੀਆਂ ਹੀ ਉਦਾਰਵਾਦੀ ਲੋਕਤੰਤਰ ਦੇ ਨਾਲ ਮੇਲ ਖਾਂਦੀਆਂ ਨੇ। ਸੋ ਇਸ ਤਰ੍ਹਾਂ ਦੀ ਵਿਵਸਥਾ ਸਾਨੂੰ ਭਾਰਤੀ ਸੰਵਿਧਾਨ ਦੇ ਵਿੱਚ ਮਿਲਦੀ ਹੈ। ਅਗਲੀ ਜੋ ਵਿਸ਼ੇਸ਼ਤਾ ਹੈ ਭਾਰਤੀ ਸੰਵਿਧਾਨ ਦੀ ਉਹ ਇਹ ਹੈ ਕਿ ਇੱਥੇ ਦਲ ਬਦਲੀ ਦੀ ਮਨਾਹੀ ਕੀਤੀ ਗਈ ਹੈ, ਜਿਸ ਨੂੰ ਕਿ ਅਸੀਂ ਡਿਫੈਕਸ਼ਨ ਕਹਿੰਦੇ ਹਾਂ। ਸੋ ਪ੍ਰੋਹਿਬਿਸ਼ਨ ਆਫ ਡਿਫੈਕਸ਼ਨ ਦੀ ਵਿਵਸਥਾ ਇੱਥੇ ਕੀਤੀ ਗਈ ਹੈ। ਭਾਰਤੀ ਸੰਵਿਧਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਦਲ ਬਦਲੀ ਜੋ ਹੈ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਹੈ। ਜੋ ਲੀਡਰਸ ਨੇ ਸਾਡੇ ਉਹ ਇੱਕ ਦਲ ਤੋਂ ਦੂਜਾ ਦਲ ਤੇ ਆਪਣੇ ਸਵਾਰਥਾਂ ਦੇ ਲਈ, ਆਪਣੇ ਮਨੋਰਥਾਂ ਦੀ ਪੂਰਤੀ ਦੇ ਲਈ ਉਹ ਇੱਕ ਦਲ ਤੋਂ ਦੂਜੇ ਦਲ ਤੇ ਦੂਜੇ ਤੋਂ ਤੀਜੇ ਦਲ ਦੇ ਵਿੱਚ ਨੇ ਜੋ ਉਹ ਚਲੇ ਜਾਂਦੇ ਨੇ। ਇਸ ਚੀਜ਼ ਨੂੰ ਰੋਕਣ ਦੇ ਲਈ, ਕਿਉਂਕਿ ਇਸ ਦਾ ਸਿੱਧਾ ਸਾਡੇ ਲੋਕਤੰਤਰ 'ਤੇ ਪ੍ਰਭਾਵ ਪੈਂਦਾ ਹੈ, ਉਹਨਾਂ ਲੀਡਰਸ ਦੀ ਜੋ ਹੈ ਆਨਸਰੇਬਿਲਿਟੀ ਜੋ ਹੈ ਉਹਨਾਂ ਦੀ ਜੋ ਅਕਾਊਂਟੇਬਿਲਿਟੀ ਆ ਉਹ ਬਹੁਤ ਘੱਟ ਜਾਂਦੀ ਹੈ। ਸੋ ਇਸ ਨੂੰ ਰੋਕਣ ਦੇ ਲਈ ਜੋ ਹੈ ਸਭ ਤੋਂ ਪਹਿਲਾਂ 1985 ਦੇ ਵਿੱਚ ਜੋ ਹੈ ਇੱਕ 52ਵਾਂ ਜੋ ਸੰਸ਼ੋਧਨ ਜੋ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੀਤਾ ਗਿਆ, ਪਰੰਤੂ ਉਸ ਦੇ ਨਾਲ ਕੁਛ ਕਮੀਆਂ ਜੋ ਸਾਡੀਆਂ ਰਹਿ ਗਈਆਂ ਸੀ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਲਈ 2003 ਦੇ ਵਿੱਚ ਜੋ ਹੈ 91st ਸੰਸ਼ੋਧਨ ਜੋ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੀਤਾ ਗਿਆ। ਸੋ ਇਸ ਤਰ੍ਹਾਂ ਹਰ ਤਰ੍ਹਾਂ ਦੇ ਜੋ ਦਲ ਬਦਲੀ ਹੈ ਉਸ ਦੇ ਉੱਤੇ ਭਾਰਤੀ ਸੰਵਿਧਾਨ ਦੇ ਵਿੱਚ ਰੋਕ ਲਗਾਈ ਗਈ ਹੈ। ਅਗਲੀ ਜੋ ਵਿਸ਼ੇਸ਼ਤਾ ਹੈ ਭਾਰਤੀ ਸੰਵਿਧਾਨ ਦੀ ਉਹ ਇਹ ਹੈ ਕਿ ਇੱਥੇ ਗੈਰ ਰਾਜਨੀਤਿਕ ਅਸੈਨਿਕ ਸੇਵਾਵਾਂ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਨੂੰ ਕਿ ਅਸੀਂ ਬਿਊਰੋਕ੍ਰੇਸੀ ਕਹਿੰਦੇ ਹਾਂ। ਬਿਊਰੋਕ੍ਰੇਸੀ ਜਿਸ ਨੂੰ ਕਿ ਭਾਰਤੀ ਪ੍ਰਸ਼ਾਸਨਿਕ ਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਜੋ ਸਾਡੇ ਬਿਊਰੋਕਰੈਟਸ ਨੇ ਉਹ ਸਾਡੇ ਰਾਜਨੇਤਾਵਾਂ ਦੀ ਤਰ੍ਹਾਂ ਹਰ ਸਾਲ ਜਾਂ ਹਰ 5 ਸਾਲ ਬਾਅਦ ਨਹੀਂ ਬਦਲਦੇ। ਇਹ ਆਪਣੇ ਅਹੁਦੇ 'ਤੇ ਕਾਇਮ ਰਹਿੰਦੇ ਨੇ ਅਤੇ ਆਪਣੇ ਅਹੁਦੇ 'ਤੇ ਕਾਇਮ ਰਹਿ ਕੇ ਇੱਕ ਲੰਬੇ ਕਾਰਜਕਾਲ ਤੱਕ ਲੋਕਾਂ ਦੀ ਜੋ ਸੇਵਾ ਨੇ ਉਹ ਕਰਦੇ ਨੇ ਅਤੇ ਇਸ ਨੂੰ ਪੋਲੀਟੀਕਲ ਸਿਸਟਮ ਤੋਂ ਅਲੱਗ ਰੱਖਿਆ ਗਿਆ ਹੈ। ਪੋਲੀਟੀਕਲ ਪ੍ਰਭਾਵ ਤੋਂ ਅਲੱਗ ਰੱਖਣ ਦੇ ਲਈ ਕੁਝ ਵਿਵਸਥਾਵਾਂ ਵੀ ਕੀਤੀਆਂ ਗਈਆਂ ਨੇ। ਇਸੀ ਲਈ ਅਸੀਂ ਇਸ ਦੇ ਵਿੱਚ ਇਹ ਵਰਡ ਯੂਜ਼ ਕੀਤਾ ਹੈ ਕਿ ਗੈਰ ਰਾਜਨੀਤਿਕ। ਭਾਰਤੀ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਇੱਥੇ ਕੁਝ ਸੁਤੰਤਰ ਸੰਸਥਾਵਾਂ ਦੀ ਵੀ ਵਿਵਸਥਾ ਕੀਤੀ ਗਈ ਹੈ।
ਭਾਰਤੀ ਸੰਵਿਧਾਨ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਕਿ ਇੱਥੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਜਿਹਨੂੰ ਕਿ ਅਸੀਂ ਸੰਘੀ ਲੋਕ ਸੇਵਾ ਆਯੋਗ ਕਹਿੰਦੇ ਹਾਂ, ਰਾਜ ਲੋਕ ਸੇਵਾ ਆਯੋਗ, ਚੋਣ ਆਯੋਗ, ਤੇ ਸਾਡਾ ਇੱਥੇ ਇਲੈਕਸ਼ਨ ਕਮਿਸ਼ਨ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਇਹਨਾਂ ਸਭ ਦੀ ਜੋ ਹੈ ਇੱਕ ਸੁਤੰਤਰ ਵਿਵਸਥਾ ਜੋ ਹੈ ਕੀਤੀ ਗਈ ਹੈ, ਕਿਉਂਕਿ ਇਹ ਇਹੋ ਜਿਹਾ ਇੰਪੋਰਟੈਂਟ ਕੰਮ ਨੇ ਜੋ ਕਰਦੇ ਨੇ ਇੱਥੇ, ਜਿਸ ਕਰਕੇ ਇਹਨਾਂ ਦੀ ਜੋ ਹੈ ਸੁਤੰਤਰ ਜੋ ਹੈ ਵਿਵਸਥਾ ਹੋਣੀ ਬਹੁਤ ਜ਼ਰੂਰੀ ਹੈ। ਤੇ ਭਾਰਤੀ ਸੰਵਿਧਾਨ ਇਹਨਾਂ ਨੂੰ ਇੱਕ ਸੁਤੰਤਰ ਜੋ ਹੈ ਸੰਸਥਾਵਾਂ ਦੀ ਤਰ੍ਹਾਂ ਜੋ ਹੈ ਇੱਕ ਪ੍ਰਬੰਧ ਜੋ ਹੈ ਇਹਨਾਂ ਦਾ ਕਰਦਾ ਹੈ। ਸੋ ਇਸ ਤੋਂ ਬਾਅਦ ਅਸੀਂ ਸਟੂਡੈਂਟਸ ਅਸੀਂ ਲਿਖਣਾ ਹੈ ਕਿ ਇਸ ਦਾ ਕੀ ਕਨਕਲੂਜਨ ਹੈ, ਇਸ ਦਾ ਸਿੱਟਾ ਕੀ ਹੈ। ਸੋ ਤੁਸੀਂ ਆਨਸਰ ਦੇ ਵਿੱਚ ਹਮੇਸ਼ਾ ਹੀ ਲੌਂਗ ਆਨਸਰ ਤੋਂ ਬਾਅਦ ਸਿੱਟਾ ਉਸ ਦਾ ਜ਼ਰੂਰ ਲਿਖਣਾ ਹੈ। ਸਿੱਟੇ ਦੇ ਵਿੱਚ ਤੁਸੀਂ ਇਹੋ ਜਿਹਾ ਕੁਝ ਨਹੀਂ ਲਿਖਣਾ, ਕੁਝ ਖਾਸ ਨਹੀਂ ਲਿਖਣਾ, ਬਸ ਉਹੀ ਗੱਲਾਂ ਨੇ ਜੋ ਉਹਨਾਂ ਦਾ ਹੀ ਨਿਚੋੜ ਜੋ ਹੈ 1-2-4 ਲਾਈਨਾਂ ਦੇ ਵਿੱਚ ਜੋ ਹੈ ਤੁਸੀਂ ਲਿਖਣਾ ਹੈ। ਸੋ ਤੁਸੀਂ ਇਹ ਲਿਖ ਸਕਦੇ ਹੋ ਕਿ ਭਾਰਤੀ ਸੰਵਿਧਾਨ ਦੇਖਿਆ ਹੈ ਕਿ ਕਿਸ ਤਰ੍ਹਾਂ ਅਲੱਗ-ਅਲੱਗ ਕੰਟਰੀਜ਼ ਦੇ ਸੰਵਿਧਾਨ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਦੇ ਵਿੱਚੋਂ ਲੈ ਕੇ ਧਾਰਾਵਾਂ ਨੂੰ ਚੇਂਜ ਕਰਕੇ ਇੰਡੀਅਨ ਸਿਸਟਮ ਦੀ ਤਰ੍ਹਾਂ ਜੋ ਹੈ ਭਾਰਤੀ ਸੰਵਿਧਾਨ ਦੇ ਜਾਂ ਭਾਰਤੀ ਰਾਜਨੀਤਿਕ ਪ੍ਰਣਾਲੀ ਦੇ ਅਨੁਕੂਲ ਬਣਾ ਕੇ ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ ਹੈ। ਤੇ ਅੱਜ ਤੱਕ ਇਸੇ ਕਾਰਨ ਕਰਕੇ ਜੋ ਸਾਡਾ ਸੰਵਿਧਾਨ ਹੈ ਉਹ ਅੱਜ ਚੱਲ ਰਿਹਾ ਹੈ ਤੇ ਸਾਡੇ ਸੰਵਿਧਾਨ ਨੂੰ ਇੱਕ ਲਿਵਿੰਗ ਕੌਨਸਟੀਟਿਊਸ਼ਨ ਜੋ ਹੈ ਦਾ ਵੀ ਦਰਜਾ ਜੋ ਹੈ ਪ੍ਰਾਪਤ ਹੋਇਆ ਹੈ। ਸੋ ਇਸ ਤਰ੍ਹਾਂ ਸਟੂਡੈਂਟਸ ਇਹ ਸੀਗੇ ਬੇਸਿਕ ਫੀਚਰਸ, ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਹੋਪ ਕਿ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਜੇ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਕੁਐਰੀ ਜਾਂ ਕੁਐਸਚਨ ਜੋ ਹੈ ਤੁਸੀਂ ਆਪਣਾ ਪੁੱਛ ਸਕਦੇ ਹੋ। ਅਗਲੀ ਵੀਡੀਓ ਦੇ ਵਿੱਚ ਅਸੀਂ ਕਿਸੇ ਹੋਰ ਟੌਪਿਕ ਦੇ ਨਾਲ ਮਿਲਾਂਗੇ। ਸੋ ਤਦ ਤੱਕ ਦੇ ਲਈ ਧੰਨਵਾਦ।